ਕਰਨ ਜਾ ਰਿਹਾ, ਜਿਹੜਾ ਨੁਕਤਾ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਉਹ ਬੜਾ ਬਾਕੀਮਤੀ ਹੈ। ਸਾਨੂੰ ਸੁਣਨਾ ਚਾਹੀਦਾ, ਧਿਆਨ ਨਾਲ ਸੁਣਨਾ ਯਤਨ ਕਰਿਓ। ਆਖਰ ਉਹ ਕਿਹੜੀ ਚੀਜ਼ ਹੈ ਜਿਹਨੂੰ ਵਰਤ ਕੇ, ਜਿਹਨੂੰ ਯੂਜ਼ ਕਰਕੇ ਪੋਲੀਟੀਸ਼ੀਅਨ ਲੋਕ, ਇਹ ਰਾਜਨੀਤਿਕ ਲੋਕ ਫਿਰ ਦੁਬਾਰਾ ਸਾਡੇ 'ਤੇ ਰਾਜ ਕਰਦੇ ਆ, ਬਾਰ-ਬਾਰ ਰਾਜ ਕਰਦੇ ਆ। ਕਿਹੜਾ ਤਰੀਕਾ ਅਪਣਾਉਂਦੇ ਆ? ਇਹਨਾਂ ਕੋਲ ਕਿਹੜਾ ਮਹਾਂ ਮੰਤਰ ਹੈ ਜਾਂ ਕਿਹੜੀ ਜੜੀ ਬੂਟੀ ਜਿਹੜੀ ਸਾਨੂੰ ਖਵਾ ਦਿੰਦੇ ਆ? ਕਿਹੜਾ ਤਰੀਕਾ ਹੈ? ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ। ਥੋੜ੍ਹਾ ਗੱਲ ਆ ਗਈ ਵਿੱਚ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਯਤਨ ਕਰਨ ਲੱਗਾ ਮੈਂ। ਜਿਵੇਂ ਇੱਕ ਪਸ਼ੂ ਦੇ ਡੰਗਰ ਦੇ 4 ਪੈਰ ਹੁੰਦੇ ਆ, 4 ਪੈਰਾਂ 'ਤੇ ਪਸ਼ੂ ਖਲੋਤਾ ਹੁੰਦਾ ਹੈ, ਇਸੇ ਤਰ੍ਹਾਂ ਜਿਹੜੀ ਰਾਜਨੀਤੀ ਹੈ ਉਹ ਵੀ 4 ਪੈਰਾਂ 'ਤੇ ਖੜੀ ਹੈ। ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਪੋਲੀਟੀਸ਼ਨਾਂ ਕੋਲ 4 ਮਹਾਂ ਮੰਤਰ ਹੁੰਦੇ ਆ, ਜਿਹਨੂੰ ਯੂਜ਼ ਕਰਕੇ, ਜਿਹਨੂੰ ਵਰਤ ਕੇ ਇਹ ਸਾਰੀ ਪਬਲਿਕ 'ਤੇ ਰਾਜ ਕਰਦੇ ਆ, ਸਾਰੀ ਦੁਨੀਆ 'ਤੇ ਰਾਜ ਕਰਦੇ ਆ। ਅਤੇ ਇਹੀ 4 ਚੀਜ਼ਾਂ ਸ਼ੁਰੂ ਤੋਂ ਸਾਰੇ ਪੋਲੀਟੀਸ਼ੀਅਨ ਲੋਕ ਯੂਜ਼ ਕਰਦੇ ਆਏ ਆ, ਸ਼ੁਰੂ ਤੋਂ। ਇਹ ਭਾਵੇਂ ਉਹ ਤ੍ਰੇਤਾ ਯੁੱਗ ਹੋਵੇ, ਭਾਵੇਂ ਦੁਆਪਰ ਯੁੱਗ ਹੋਵੇ, ਭਾਵੇਂ ਕਲਯੁੱਗ ਯੁੱਗ ਹੋਵੇ, ਇਹ ਸ਼ੁਰੂ ਤੋਂ ਇਹ 4 ਚੀਜ਼ਾਂ ਹੀ ਵਰਤਦੇ ਆਏ, 4 ਚੀਜ਼ਾਂ ਯੂਜ਼ ਕਰਦੇ ਆਏ ਆ। ਉਹ ਕਿਹੜੀਆਂ 4 ਚੀਜ਼ਾਂ ਨੇ ਜਿੱਤੇ ਰਾਜਨੀਤੀ ਖਲੋਤੀ ਹੈ? ਧਿਆਨ ਨਾਲ ਸੁਣਨਾ। 4 ਮਹਾਂ ਮੰਤਰ ਨੇ ਰਾਜਨੀਤੀ ਦੇ। ਪਹਿਲਾ ਮਹਾਂ ਮੰਤਰ ਹੈ ਸਾਮ, ਦਾਮ, ਦੰਡ, ਭੇਦ। ਇਹ 4 ਚੀਜ਼ਾਂ ਨੇ ਜਿੱਤੇ ਰਾਜਨੀਤੀ ਖਲੋਤੀ ਹੈ। ਫਿਰ ਸੁਣਿਓ, ਪਹਿਲਾ ਸਾਮ, ਦੂਸਰਾ ਦਾਮ, ਤੀਸਰਾ ਦੰਡ, ਚੌਥਾ ਭੇਦ। ਇਹ 4 ਚੀਜ਼ਾਂ 'ਤੇ ਰਾਜਨੀਤੀ ਖਲੋਤੀ ਹੈ। ਇਹਨਾਂ 4 ਪੈਰਾਂ 'ਤੇ ਖਲੋਤੀ ਰਾਜਨੀਤੀ, ਇਹਨੂੰ ਵਰਤਦੇ ਨੇ। ਜਦੋਂ ਵੇਖੋ ਇਲੈਕਸ਼ਨ ਦਾ ਸਮਾਂ ਆਉਂਦਾ ਹੈ ਨਾ, ਆਪਾਂ ਵੇਖਦੇ ਹਾਂ ਘਰਾਂ ਦੇ ਵਿੱਚ ਇਹ ਪੋਲੀਟੀਸ਼ੀਅਨ ਲੋਕ ਆਉਂਦੇ ਨੇ, ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧ ਹੋਏ। ਮੈਂ ਕੇਵਲ ਰਾਜਨੀਤੀ ਦੀ ਗੱਲ ਕਰਨ ਲੱਗਾ ਵਾਂ, ਰਾਜਨੀਤੀ ਦੀ। ਭਾਵੇਂ ਕਿਸੇ ਵੀ ਤਰੀਕੇ ਦੇ ਸੰਬੰਧ ਹੋਣ, ਕਿਸੇ ਤਰੀਕੇ ਪਾਰਟੀ ਨਾਲ ਵੀ ਸੰਬੰਧਿਤ ਹੋਣ, ਸਭ ਤੋਂ ਪਹਿਲਾਂ ਇਹ ਤਰੀਕਾ ਵਰਤਦੇ ਸਾਮ। ਸਾਮ ਕਹਿੰਦੇ ਹੱਥ ਜੋੜਨ, ਪਿਆਰ ਦੇ ਨਾਲ। ਘਰਾਂ ਘਰਾਂ ਵਿੱਚ ਆਉਂਦੇ, ਹੱਥ ਜੋੜਦੇ, ਸਾਨੂੰ ਵੋਟ ਪਾਓ, ਅਸੀਂ ਤੁਹਾਡਾ ਆਹ ਕੰਮ ਕਰਾਂਗੇ। ਅਤੇ ਲੋਕ ਪ੍ਰਭਾਵਿਤ ਹੁੰਦੇ ਕਿ ਐਡਾ ਵੱਡਾ ਬੰਦਾ ਸਾਡੇ ਘਰ ਆਇਆ, ਚੱਲ ਕੇ ਆਇਆ। ਅਤੇ ਫਿਰ ਉਸ ਸਮੇਂ ਜਿਹਨੂੰ ਕਦੀ ਪੁੱਛਿਆ ਨਹੀਂ ਵੀ ਉਹਦੇ ਪੈਰਾਂ 'ਤੇ ਮੱਥਾ ਟੇਕਦੇ ਨੇ ਕਿ ਆਹ ਮੇਰੀ ਮਾਂ ਹੈ, ਆਹ ਮੇਰਾ ਪਿਓ ਹੈ। ਦੁੱਖ ਦਰਦ ਵੰਡਾਉਂਦੇ ਨੇ, ਕਿਉਂਕਿ ਪਹਿਲਾ ਤਰੀਕਾ ਹੈ ਸਾਮ। ਇਸ ਤਰੀਕੇ ਨੂੰ ਯੂਜ਼ ਕਰਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਤਾਂ ਜੋ ਅਸੀਂ ਜਿੱਤ ਜਾਈਏ, ਅਸੀਂ ਫਿਰ ਵਜ਼ਾਰਤ ਵਿੱਚ ਆ ਜਾਈਏ, ਫਿਰ ਅਸੀਂ ਰਾਜ ਕਰੀਏ। ਪਹਿਲਾ ਤਰੀਕਾ ਅਪਣਾਉਂਦੇ ਨੇ ਸਾਮ। ਹੁਣ ਕਈ ਬੰਦੇ ਤਾਂ ਸਾਮ 'ਤੇ ਹੀ ਲੱਟੂ ਹੋ ਜਾਂਦੇ ਆ, ਹੱਥ ਜੋੜੀਆਂ ਨਿਮਰਤਾ ਦੇ ਨਾਲ ਹੀ ਕਹਿੰਦੇ ਕਿ ਵਾਹ ਕਿੱਡਾ ਵੱਡਾ ਬੰਦਾ, ਇਹਨੂੰ ਵੋਟ ਪਾ ਦਿਓ, ਇਹ ਵਧੀਆ ਕੰਮ ਕਰੂਗਾ ਜਾਂ ਵਧੀਆ ਰਾਜ ਪਾਠ ਚਲਾਊਗਾ। ਦੂਸਰਾ ਤਰੀਕਾ, ਜਿਹੜਾ ਇਨਸਾਨ, ਜਿਹੜੇ ਬੰਦੇ ਇਸ ਤੋਂ ਪ੍ਰਭਾਵਿਤ ਨਹੀਂ ਹੋਏ, ਜਿਨ੍ਹਾਂ ਨੂੰ ਪਤਾ ਹੈ ਕਿ ਇਹ ਐਵੇਂ ਲੋਕੀ ਕਰਦੇ ਆ, ਬਾਰ-ਬਾਰ ਜਦੋਂ 5 ਸਾਲ ਹੁੰਦੇ ਫਿਰ ਪਹਿਲਾਂ ਇਸ ਤਰ੍ਹਾਂ ਹੀ ਆਉਂਦੇ ਲੋਕਾਂ, ਆਪਾਂ ਆਪਣੇ ਘਰਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਆਉਂਦੇ ਆ, ਹੱਥ ਜੋੜ ਕੇ ਤੇ ਉਹਨਾਂ ਨੂੰ ਕਹਿੰਦੇ, ਪ੍ਰਭਾਵਿਤ ਕਰਦੇ ਆ, ਨਿਮਰਤਾ ਵਿਖਾਉਂਦੇ, ਬਾਅਦ 'ਚ ਫਿਰ ਆਪਣੀ ਸ਼ਕਲ ਨਹੀਂ ਵਿਖਾਉਂਦੇ। ਫਿਰ ਦੂਸਰਾ ਤਰੀਕਾ ਅਪਣਾਉਂਦੇ ਨੇ। ਦੂਸਰਾ ਕਿਹੜਾ? ਦਾਮ। ਦਾਮ ਕਿਹੜਾ ਹੁੰਦਾ ਹੈ? ਪੈਸਾ। ਪੈਸਾ ਯੂਜ਼ ਕਰਨਾ। ਵੇਖਿਆ ਜਿਹੜਾ ਬੰਦਾ ਪਿਆਰ ਦੇ ਨਾਲ ਹੱਥ ਜੋੜ ਕੇ ਮੰਨਿਆ ਨਹੀਂ ਹੈ, ਉਹਨੂੰ ਕਿਹੜੇ ਤਰੀਕੇ ਨਾਲ ਆਪਣੇ ਵੱਲ ਖਿੱਚੀਏ, ਜਾ ਜੋ ਅਸੀਂ ਇਸ ਦੁਨੀਆ 'ਤੇ ਰਾਜ ਕਰੀਏ। ਫਿਰ ਉਹ ਪੈਸੇ ਦਾ ਤਰੀਕਾ ਅਪਣਾਉਂਦੇ ਨੇ, ਲੋਕਾਂ ਨੂੰ ਖਰੀਦ ਲੈਂਦੇ ਨੇ ਅਤੇ ਲੋਕ ਅੱਗੇ ਵਿਕਣ ਨੂੰ ਤਿਆਰ ਬੈਠੇ ਆ। ਕੋਈ ਸ਼ਰਾਬ ਦੀ ਬੋਤਲ 'ਤੇ ਵੀ ਵਿਕ ਜਾਂਦਾ ਹੈ। ਅਤੇ ਆਪਾਂ ਵੇਖਦੇ ਹਾਂ ਜਦੋਂ ਕਿਤੇ ਵੋਟਾਂ ਹੁੰਦੀਆਂ, ਇਲੈਕਸ਼ਨਾਂ ਹੁੰਦੀਆਂ ਨਾ, 1000 ਰੁਪਏ ਦੀ ਇੱਕ ਵੋਟ ਵਿਕਦੀ ਹੈ, 2-2 ਹਜ਼ਾਰ ਦੀ ਇੱਕ ਵੋਟ ਵਿਕਦੀ ਹੈ। ਅਤੇ ਲੋਕ ਵਿਕਦੇ, ਇਹਨਾਂ ਨੂੰ ਪਤਾ ਲੋਕਾਂ ਨੇ ਵਿਕ ਜਾਣਾ। ਇਸ ਤਰੀਕਾ ਅਪਣਾਉਂਦੇ ਆ ਕਿਉਂਕਿ ਹਰ ਕੋਈ ਬੰਦਾ ਵਿਕਣ ਨੂੰ ਤਿਆਰ ਹੈ। ਕੀਮਤ ਚਾਹੀਦੀ ਹੈ। ਇਹ ਦੂਸਰਾ ਤਰੀਕਾ ਅਪਣਾਉਂਦੇ ਨੇ, ਦਾਮ। ਪੈਸੇ ਨਾਲ ਖਰੀਦ ਲਓ। ਅਤੇ ਪੈਸਾ ਸਾਰੇ ਲੋਕਾਂ ਦੀ ਕਮਜ਼ੋਰੀ ਹੈ, ਲੋੜ ਵੀ ਹੈ ਅਤੇ ਕਮਜ਼ੋਰੀ ਵੀ ਹੈ। ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ, ਇਸ ਲੋੜ ਦਾ ਫਾਇਦਾ ਉਠਾਉਂਦੇ ਆ ਅਤੇ ਲੋਕਾਂ ਨੂੰ ਖਰੀਦਦੇ ਆ। ਅਤੇ ਪੈਸਾ ਸੁੱਟ ਕੇ ਆਪਾਂ ਵੇਖਦੇ ਹਾਂ ਨਾ, ਜਦੋਂ ਕਿਤੇ ਸਮਾਂ ਹੁੰਦਾ ਪੈਸਾ ਸੁੱਟਣ ਦਾ ਜਾਂ ਪੈਸਾ ਯੂਜ਼ ਕਰਨ ਦਾ ਇਹਨਾਂ ਪੋਲੀਟੀਸ਼ੀਅਨਾਂ ਦਾ, ਜਦੋਂ ਹੁਣੇ ਆਪਾਂ ਵੇਖ ਸਕਦੇ ਹਾਂ ਕੀ ਦੇਸ਼ ਦਾ ਮਾਹੌਲ ਹੈ, ਕਿੰਨੀ ਲੋਕਾਂ ਨੂੰ ਲੋੜ ਹੈ। ਪਰ ਸੰਪਰਦਾਵਾਂ, ਗੁਰੂ ਘਰ ਜਾਂ ਮੰਦਰ ਮਸਜਿਦ, ਇਹ ਧਾਰਮਿਕ ਸੰਸਥਾਵਾਂ ਇਹ ਸਭ ਕੁਛ ਕਰ ਰਹੀਆਂ ਨੇ, ਪਰ ਇਹ ਪੋਲੀਟੀਸ਼ੀਅਨ ਲੋਕ ਇਹ ਉਸ ਤਰ੍ਹਾਂ ਖੁੱਲ੍ਹ ਕੇ ਕੰਮ ਨਹੀਂ ਕਰ ਰਹੇ। ਜਦੋਂ ਪੈਸੇ ਦੀ ਲੋੜ, ਜਦੋਂ ਦੇਸ਼ ਨੂੰ ਲੋੜ ਹੈ, ਉਦੋਂ ਇਹ ਕੰਮ ਨਹੀਂ ਕਰ ਰਹੇ। ਖੈਰ, ਹੁਣ ਕਹਿਣ ਦਾ ਮਤਲਬ ਇਹ ਕਿ ਦੂਸਰਾ ਤਰੀਕਾ ਅਪਣਾਉਂਦੇ ਦਾਮ। ਹੁਣ ਵੇਖਿਆ ਜੇ ਬੰਦਾ ਦਾਮ ਦੇ ਨਾਲ ਵੀ ਪ੍ਰਭਾਵਿਤ ਨਹੀਂ ਹੋਇਆ, ਪੈਸੇ ਨਾਲ ਵੀ ਨਹੀਂ ਵੇਖਿਆ, ਕਈਆਂ ਬੰਦੇ ਦਾ ਜ਼ਮੀਰ ਬੜਾ ਉੱਚਾ ਹੁੰਦਾ ਹੈ, ਕਈ ਜ਼ਮੀਰ ਦੇ ਧਨੀ ਹੁੰਦੇ ਹਨ ਕਿ ਅਸੀਂ ਕਿਉਂ ਆਪਣੇ ਪੈਸੇ ਦੇ ਨਾਲ ਆਪਣਾ ਵੋਟ ਖਰਾਬ ਕਰੀਏ, ਅਸੀਂ ਕਿਉਂ ਪੈਸੇ ਨਾਲ ਵਿਕੀਏ,
ਸਾਨੂੰ ਗੁਰੂ ਨੇ ਇਹ ਸਿੱਖਿਆ ਨਹੀਂ ਦਿੱਤੀ, ਉਹ ਨਹੀਂ ਵਿਕਦੇ। ਫਿਰ ਤੀਸਰਾ ਤਰੀਕਾ ਅਪਣਾਉਂਦੇ ਇਹ ਲੋਕ। ਤੀਸਰਾ ਤਰੀਕਾ ਕਿਹੜਾ? ਦੰਡ। ਦੰਡ ਕਿਹੜਾ? ਕੁੱਟਣਾ, ਅਗਲੇ ਨੂੰ ਸਜ਼ਾ ਦੇਣੀ। ਜੇ ਅਗਲਾ ਨਹੀਂ ਗੱਲ ਮੰਨਿਆ, ਵੇਖਿਆ ਇਹ ਪੈਸੇ ਨਾਲ ਹੀ ਨਹੀਂ ਵਿਕਿਆ, ਹੱਥ ਜੋੜ ਕੇ ਵੀ ਨਹੀਂ ਵਿਕਿਆ, ਫਿਰ ਕੀ ਕਰੋ? ਇਹਦੇ ਖਿਲਾਫ ਪਰਚਾ ਕਰ ਦਿਓ। ਇਹ ਬੋਲਿਆ ਕਿਉਂ ਸਾਡੇ ਖਿਲਾਫ? ਆਪਾਂ ਵੇਖਦੇ ਹਾਂ ਕਈਆਂ ਦਿਨਾਂ ਦੇ ਪੋਲੀਟੀਸ਼ੀਅਨਾਂ ਦੇ ਵਿੱਚ, ਜਾਂ ਜਦੋਂ ਇਲੈਕਸ਼ਨ ਆਉਂਦੀ ਹੈ, ਕੋਈ ਵੀ ਇਲੈਕਸ਼ਨ ਹੋਵੇ, ਆਪਾਂ ਵੇਖਦੇ ਲੜਾਈ ਝਗੜੇ ਬੜੇ ਹੋ ਜਾਂਦੇ ਆ। ਕਿਤੇ ਖਾਣ ਪੀਣ ਕਰਕੇ ਲੜਾਈ ਝਗੜੇ ਹੋ ਜਾਂਦੇ ਆ, ਜਾਂ ਪੈਸੇ ਕਰਕੇ ਲੜਾਈ ਝਗੜੇ ਹੋ ਜਾਂਦੇ ਆ। ਇਹ ਤਰੀਕੇ ਨੇ, ਇਹ ਤਰੀਕੇ ਨੇ। ਦੰਡ ਦੇ ਦਿਓ ਅਗਲੇ ਨੂੰ। ਅਗਲਾ ਬੋਲਿਆ ਕਿਉਂ? ਅਗਲੇ ਨੇ ਸਾਡੀ ਗੱਲ ਨਹੀਂ ਮੰਨੀ, ਇਹਦੇ ਖਿਲਾਫ ਪਰਚਾ ਕਰ ਦਿਓ। ਤੇ ਆਪਾਂ ਵੇਖਦੇ ਹਾਂ ਸਿੱਖ ਕੌਮ ਨੂੰ ਇਹ ਦੰਡ ਬੜਾ ਭੁਗਤਣਾ ਪਿਆ ਹੈ, ਬੜਾ ਦੰਡ ਭੁਗਤਣਾ ਪਿਆ ਹੈ। 95% ਕੁਰਬਾਨੀਆਂ ਨੇ ਸਿੱਖਾਂ ਦੀਆਂ ਇਸ ਦੇਸ਼ ਨੂੰ। 95%। ਕਿੰਨੀਆਂ ਸ਼ਹੀਦੀਆਂ, ਕਿੰਨੇ ਤਾਂਤੇ ਲੱਗੇ ਸ਼ਹਾਦਤ ਦੇ। ਬੜਾ ਦੰਡ ਸਹਿਆ ਸਿੱਖਾਂ ਨੇ, ਸਿੱਖ ਕੌਮ ਨੇ, ਵਾਰ-ਵਾਰ ਸਹਿੰਦੇ ਆ। ਪਰ ਨਹੀਂ, ਸਿੱਖ ਤੇ ਮੌਤ ਨੂੰ ਮਜ਼ਾਕ ਸਮਝਦੇ ਆ, ਸ਼ਹੀਦੀਆਂ ਨੂੰ ਸਿਰ ਮੱਥੇ ਲਾਉਂਦੇ। ਇਸ ਤੋਂ ਕੋਈ ਵੀ ਨਹੀਂ ਟੁੱਟਦਾ, ਨਹੀਂ ਸਿੱਖ, ਖਾਸ ਕਰਕੇ ਸਿੱਖ ਨਹੀਂ ਟੁੱਟਦਾ। ਅੱਜ ਦਾ ਮੈਂ ਸਿੱਖ ਮੈਂ ਕਹਿ ਨਹੀਂ ਸਕਦਾ, ਪਰ ਪਹਿਲਾਂ ਦੇ ਸਿੱਖ ਨਹੀਂ ਟੁੱਟਦੇ। ਪਰ ਅੱਜ ਵੀ ਕਈ ਸਿੱਖ ਹੈਗੇ ਨੇ, ਜਿੰਨਾ ਮਰਜ਼ੀ ਉਹਨੂੰ ਦੰਡ ਦੇ ਦਿਓ, ਜਿੰਨਾ ਮਰਜ਼ੀ ਉਹਨੂੰ ਟੌਰਚਰ ਕਰ ਲਓ, ਜਿੰਨੇ ਮਰਜ਼ੀ ਪਰਚੇ ਕਰ ਲਓ, ਸੱਚਾਈ ਤੇ ਅਟਲ ਨੇ। ਖੈਰ, ਮੈਂ ਆਪਣੇ ਮੁੱਦੇ ਵੱਲ ਆਵਾਂ। ਤੀਸਰਾ ਤਰੀਕਾ ਅਪਣਾਉਂਦੇ ਨੇ ਕਿਹੜਾ? ਦੰਡ ਦਾ। ਹੁਣ ਮੰਨ ਲਓ ਕੋਈ ਬੰਦਾ ਇਸ ਤੋਂ ਵੀ ਪ੍ਰਭਾਵਿਤ ਨਹੀਂ ਹੋਇਆ, ਬੜਾ ਕੁੱਟਿਆ, ਬੜਾ ਮਾਰਿਆ, ਪਰ ਟੁੱਟਿਆ ਨਹੀਂ ਆ, ਟੁੱਟਿਆ ਨਹੀਂ। ਫਿਰ ਉਹਦੇ ਖਿਲਾਫ ਕੀ ਕਰੀਏ ਜੀ? ਫਿਰ ਕਹਿੰਦੇ ਚੌਥਾ ਤਰੀਕਾ ਅਪਣਾਉਂਦੇ ਆ। ਤੇ ਚੌਥਾ ਤਰੀਕਾ ਜਿਹੜਾ ਮੈਂ ਦੱਸਣ ਲੱਗਾ ਹੈ ਨਾ, ਉਹ ਸਭ ਨਾਲੋਂ ਖਤਰਨਾਕ ਤਰੀਕਾ ਹੈ, ਸਭ ਨਾਲੋਂ ਖਤਰਨਾਕ। ਸਾਮ ਨਾਲੋਂ ਵੀ, ਦਾਮ ਨਾਲੋਂ ਵੀ, ਦੰਡ ਨਾਲੋਂ ਵੀ ਸਭ ਨਾਲੋਂ ਖਤਰਨਾਕ ਤਰੀਕਾ। ਉਹ ਕਿਹੜਾ? ਭੇਦ। ਫੁੱਟ ਪਾ ਦਿਓ, ਫੁੱਟ ਪਾ ਦਿਓ ਇਹਨਾਂ ਦੇ ਵਿੱਚ। ਇਹੀ ਫੁੱਟ ਕਰਕੇ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੇ 40-50 ਸਾਲ ਰਾਜ ਕੀਤਾ, ਜਦੋਂ ਇਹਨਾਂ ਅੰਗਰੇਜ਼ਾਂ ਨੇ ਫੁੱਟਾਂ ਪਾਈਆਂ, ਡੋਗਰੇ ਆ ਗਏ ਇਹੀ ਰੂਪ ਧਾਰਨ ਕਰਕੇ। ਜਿਹੜੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਦੀ ਗੱਲ ਮੰਨਦੇ ਸਨ, ਸ਼ਾਮ ਸਿੰਘ ਅਟਾਰੀ ਜੀ ਦੀ ਗੱਲ ਮੰਨਦੇ ਸਨ, ਜਦੋਂ ਡੋਗਰੇ ਆ ਗਏ, ਡੋਗਰਿਆਂ ਨੇ ਫੁੱਟ ਪਾ ਦਿੱਤੀ। ਕੀ ਹੋਇਆ? ਫਿਰ ਉਹਨਾਂ ਦੀ ਗੱਲ ਮੰਨਣੀ ਛੱਡ ਦਿੱਤੀ, ਡੋਗਰਿਆਂ ਦੀ ਗੱਲ ਮੰਨਣ ਲੱਗ ਪਏ। ਸਿੱਖ ਰਾਜ ਜਿਹੜਾ ਉਹ ਖਤਮ ਹੋ ਗਿਆ। 100 ਸਾਲ ਇਹੀ ਤਰੀਕਾ ਅਪਣਾਇਆ ਅੰਗਰੇਜ਼ਾਂ ਨੇ, ਪਾੜੋ ਤੇ ਰਾਜ ਕਰੋ, ਫੁੱਟ ਪਾਓ ਦੀ ਨੀਤੀ। ਹਿੰਦੂ ਵੀਰਾਂ ਦੇ ਮੰਦਰਾਂ ਦੇ ਵਿੱਚ ਗਾਂ ਕੱਟ ਕੇ ਪਾ ਦੇਣੇ ਤੇ ਨਾਂ ਲਾ ਦੇਣਾ ਮੁਸਲਮਾਨ ਵੀਰਾਂ ਦਾ। ਮੁਸਲਮਾਨਾਂ ਦੀ ਮਸਜਿਦ ਦੇ ਸਾਹਮਣੇ ਸੂਰ ਕੱਟ ਕੇ ਪਾ ਦੇਣਾ, ਨਾਂ ਲਾ ਦੇਣਾ ਹਿੰਦੂ ਵੀਰਾਂ ਦਾ। ਪਾੜੋ ਤੇ ਰਾਜ ਕਰੋ, ਇਹ ਨੀਤੀ ਅਪਣਾਈ ਅੰਗਰੇਜ਼ਾਂ ਨੇ ਤੇ 100 ਸਾਲ ਸਾਡੇ ਤੇ ਰਾਜ ਕੀਤਾ, ਪਾੜ ਕੇ ਰੱਖ ਦਿੱਤਾ। ਇਹ ਤਰੀਕਾ ਬੜਾ ਹੀ ਘਾਤਕ ਹੈ, ਬੜਾ ਘਾਤਕ। ਇਹ ਤਰੀਕਾ ਅਪਣਾਉਂਦੇ। ਫਿਰ ਚੌਥਾ ਤਰੀਕਾ, ਇਹ ਤਰੀਕਾ ਫਿਰ ਅਜਾਈ ਨਹੀਂ ਜੀ ਜਾਂਦਾ, ਕਿਉਂਕਿ ਕਿਸੇ ਦੀ ਸਮਝ ਵਿੱਚ ਨਹੀਂ ਆਉਂਦਾ। ਕਿਉਂਕਿ ਧਾਰਮਿਕ ਇੱਕ ਐਸਾ ਬਰੀਕ ਮਜ਼ਮੂਨ ਹੈ, ਬਰੀਕ ਮੁੱਦਾ ਹੈ, ਜਿਹਨੂੰ ਕੋਈ ਵੀ ਛੇੜਦਾ ਹੈ ਨਾ, ਬਰਦਾਸ਼ਤ ਨਹੀਂ ਕਰਦਾ। ਕਿ ਸਾਡੇ ਧਰਮ ਨੂੰ ਇੰਨੀ ਗੱਲ ਕਹੀ, ਇਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ, ਕਮਜ਼ੋਰੀਆਂ ਦਾ ਪਤਾ ਹੁੰਦਾ ਹੈ। ਇਹ ਤਰੀਕੇ ਅਪਣਾਉਂਦੇ ਆ। ਭੇਦ। ਤੇ ਆਪਾਂ ਵੇਖਦੇ, ਅੱਜ ਵੀ ਆਪਾਂ ਵੇਖੀ ਨਾ, ਸਾਡੀ ਕੌਮ ਦੇ ਵਿੱਚ ਇਹ ਭੇਦ ਬੜੇ ਪਏ ਹੋਏ ਆ। ਆਪਾਂ ਆਪਸ ਵਿੱਚ ਹੀ ਪਾਟੇ ਹੋਏ ਆ। ਮੈਂ ਜ਼ਿਆਦਾ ਖੁੱਲ੍ਹ ਕੇ ਗੱਲ ਤਾਂ ਨਹੀਂ ਕਰ ਰਿਹਾ, ਕਿਸੇ ਵੇਲੇ ਹਜਮ ਨਹੀਂ ਹੋ ਸਕਦੀ। ਵੇਖਦੇ ਆਪਾਂ ਬੜੇ ਪਾਟੇ ਹੋਏ ਆ। ਇਹ ਤਰੀਕੇ ਸਾਰੇ ਅਪਣਾਉਂਦੇ ਨੇ, ਸਾਮ, ਦਾਮ, ਦੰਡ, ਭੇਦ। ਤਾਂ ਮੈਂ ਇੱਕ ਇਹ ਵੀ ਬੇਨਤੀ ਕਰਦਾ ਹਾਂ, ਇਹ ਤਰੀਕੇ ਅੱਜ ਦੇ ਨਹੀਂ ਨੇ, ਬੜੇ ਪੁਰਾਣੇ ਨੇ। ਇਹ ਸਾਰੇ ਯੁੱਗਾਂ ਵਿੱਚ ਇਹ ਤਰੀਕੇ ਅਪਣਾਉਂਦੇ ਰਹੇ ਨੇ। ਤੇ ਇਹ ਜਿਹੜੀਆਂ ਨੀਤੀਆਂ ਨੇ ਨਾ, 3 ਗ੍ਰੰਥ ਨੇ ਰਾਜਨੀਤੀ ਦੇ, 3 ਗ੍ਰੰਥ। ਪਹਿਲਾ ਗ੍ਰੰਥ ਚਾਣਕਿਆ ਨੀਤੀ, ਜਿਹੜਾ ਬੜਾ ਮਸ਼ਹੂਰ ਹੈ, ਚਾਣਕਿਆ ਨੀਤੀ। ਦੂਸਰਾ ਗ੍ਰੰਥ ਬਿਦਰ ਨੀਤੀ, ਜਿਹੜਾ ਸ਼੍ਰੀ ਕ੍ਰਿਸ਼ਨ ਜੀ ਦਾ ਸਮੇਂ ਹੋਇਆ ਹੈ, ਬਿਦਰ ਨੀਤੀ। ਤੀਸਰਾ ਗ੍ਰੰਥ ਨੀਤੀ ਸ਼ਤਕ, ਜਿਹੜਾ ਰਾਜਯੋਗ ਭਰਥਰੀ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੋਇਆ, ਭਰਥਰੀ ਜੋਗੀ, ਜਿਹਦੀ ਬੜੀ ਲੰਮੀ ਉਮਰ ਸੀ, ਪਹਿਲਾਂ ਰਾਜਾ ਸੀ ਉਹਨੇ ਵੀ ਇੱਕ ਰਾਜਨੀਤੀ ਦਾ ਗ੍ਰੰਥ ਲਿਖਿਆ, ਨੀਤੀ ਸ਼ਤਕ। ਇਹ 3 ਗ੍ਰੰਥ ਹੋਏ ਨੇ। ਬਾਕੀ ਇਹਨਾਂ 3 ਗ੍ਰੰਥਾਂ ਦੇ ਵਿੱਚੋਂ ਕਿਤਾਬਾਂ ਨਿਕਲੀਆਂ ਨੇ, ਜੇ ਕੋਈ ਪੜ੍ਹ ਕੇ ਕਈਆਂ ਨੇ ਗ੍ਰੰਥ ਲਿਖੇ ਨੇ, ਪਰ ਮੂਲ ਰੂਪ ਵਿੱਚ ਰਾਜਨੀਤੀ ਦੇ 3 ਗ੍ਰੰਥ ਨੇ। ਇਹਨਾਂ 3 ਗ੍ਰੰਥਾਂ ਨੂੰ ਪੜ੍ਹ ਕੇ ਵੇਖ ਲਓ। ਇਹੀ 4 ਚੀਜ਼ਾਂ ਨੇ ਜਿਨ੍ਹਾਂ ਨੂੰ ਅਪਣਾ ਕੇ ਜਿਹੜੇ ਪੋਲੀਟੀਸ਼ੀਅਨ, ਰਾਜਨੀਤਿਕ ਲੋਕ ਰਾਜ ਕਰਦੇ ਨੇ ਸਾਰੀ ਦੁਨੀਆ 'ਤੇ, ਭਾਵੇਂ ਕੋਈ ਮਿਡਲ ਈਸਟ ਹੋਵੇ, ਫੋਰਨ ਹੋਵੇ, ਭਾਵੇਂ ਇੱਥੇ ਏਸ਼ੀਆ ਦਾ ਹੋਵੇ, ਕੋਈ ਹੋਵੇ, ਇਹੀ ਤਰੀਕੇ ਅਪਣਾਉਂਦੇ ਨੇ, ਸਾਮ, ਦਾਮ, ਦੰਡ, ਭੇਦ। ਇਹ ਗੱਲ ਆ ਗਈ ਤਾਂ ਤੁਹਾਡੇ ਨਾਲ ਸਾਂਝੀ ਕਰ ਲੱਗਾ। ਇਹ ਨੁਕਤਾ ਸਾਨੂੰ ਸਮਝਣਾ ਚਾਹੀਦਾ ਹੈ, ਇਸ ਨੁਕਤੇ ਤੋਂ ਸਾਨੂੰ ਬਚਣਾ ਚਾਹੀਦਾ ਹੈ।